मैं नामर्द हाँ। ਇਹ ਰਾਜ਼ ਮੇਰੀ ਪਤਨੀ ਨੇ ਪੂਰੇ ਖਾਨਦਾਨ ਤੋਂ ਲੁਕਾ ਕੇ ਰੱਖਿਆ ਸੀ। ਇਹ ਮੇਰੀ ਪਤਨੀ ਦਾ ਮੇਰੇ ਤੇ ਬਹੁਤ ਵੱਡਾ ਅਹਿਸਾਨ ਸੀ ਕਿ ਉਸਨੇ ਮੇਰੀ ਇੱਜ਼ਤ ਨੂੰ ਸੰਭਾਲ ਕੇ ਰੱਖਿਆ ਸੀ। ਇੱਕ ਦਿਨ ਅਚਾਨਕ ਇੱਕ ਬੱਚਾ ਮੇਰੀ ਗੱਡੀ ਨਾਲ ਟਕਰਾ ਗਿਆ। ਮੈਂ ਜਲਦੀ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਉਹ ਜਦੋਂ ਠੀਕ ਹੋਇਆ ਤਾਂ ਡਾਕਟਰਾਂ ਨੇ ਮੈਨੂੰ ਕਿਹਾ ਕਿ ਮੁਬਾਰਕ ਹੋਵੇ, ਤੁਹਾਡਾ ਮੁੰਡਾ ਬਿਲਕੁਲ ਠੀਕ ਹੈ। ਮੈਂ ਹੈਰਾਨ ਸੀ ਕਿ ਇਹ ਮੇਰਾ ਬੱਚਾ ਕਿਵੇਂ ਹੋ ਸਕਦਾ ਹੈ। ਮੈਂ ਉਸ ਨੂੰ ਉਸਦੇ ਘਰ ਲੈ ਗਿਆ ਤਾਂ ਕਿ ਮੈਂ ਉਸਦੀ ਮਾਂ ਨੂੰ ਮਿਲ ਸਕਾਂ ਤੇ ਮਾਫੀ ਮੰਗ ਸਕਾਂ। ਉਹ ਬੱਚਾ ਮੈਨੂੰ ਇੱਕ ਝੌਂਪੜੀ ਦੇ ਕੋਲ ਲੈ ਕੇ ਗਿਆ। ਮੈਂ ਜਿਵੇਂ ਹੀ ਉਸਦੀ ਮਾਂ ਦਾ ਚਿਹਰਾ ਦੇਖਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਤਾਂ ਕਈ ਦਿਨਾਂ ਤੋਂ ਮੈਂ ਇੱਕ ਕੁੜੀ ਨੂੰ ਦੇਖ ਰਿਹਾ ਸੀ। ਉਹ ਉਸੇ ਸਮੇਂ ਉਸ ਗਲੀ ਤੋਂ ਹਮੇਸ਼ਾ ਗੁਜ਼ਰਦੀ ਜਿੱਥੇ ਮੈਂ ਰਹਿੰਦਾ ਸੀ। ਮੈਂ ਪੜ੍ਹਾਈ ਲਈ ਸ਼ਹਿਰ ਆਇਆ ਹੋਇਆ ਸੀ। ਮੈਂ ਯੂਨੀਵਰਸਿਟੀ ਹੋਸਟਲ ਵਿੱਚ ਰਹਿਣ ਦੀ ਬਜਾਏ ਪ੍ਰਾਈਵੇਟ ਹੋਸਟਲ ਵਿੱਚ ਰਹਿੰਦਾ ਸੀ, ਜਿੱਥੇ ਮੈਨੂੰ ਮੇਰੀ ਹਰ ਸਹੂਲਤ ਦੇ ਮੁਤਾਬਕ ਹਰ ਚੀਜ਼ ਮਿਲ ਜਾਂਦੀ ਸੀ। ਮੈਂ ਬਹੁਤ ਵੱਡੇ ਖਾਨਦਾਨ ਤੋਂ ਸੀ। ਮੈਨੂੰ ਏਸੀ, ਟੀਵੀ, ਆਰਾਮ ਵਾਲਾ ਬਿਸਤਰ ਸਭ ਕੁਝ ਮਿਲ ਰਿਹਾ ਸੀ। ਮੈਂ ਪੜ੍ਹਾਈ ਕਰਨ ਲਈ ਸਾਰਾ ਦਿਨ ਯੂਨੀਵਰਸਿਟੀ ਜਾਂਦਾ ਤੇ ਵਾਪਸ ਆਪਣੇ ਹੋਸਟਲ ਹੀ ਆ ਜਾਂਦਾ। ਇਸ ਸਮੇਂ ਮੇਰੀ ਨਜ਼ਰ ਇੱਕ ਕੁੜੀ ਤੇ ਪੈਂਦੀ, ਜਿਸ ਨੂੰ ਮੈਂ ਇੱਕ ਹੀ ਸਮੇਂ ਇੱਕ ਹੀ ਗਲੀ ਤੋਂ ਲੰਘਦੇ ਹੋਏ ਮੈਂ ਉਸ ਨੂੰ ਦੇਖਿਆ ਸੀ। ਮੈਂ ਜਿਵੇਂ ਹੀ ਉਸ ਕੁੜੀ ਨੂੰ ਦੇਖਿਆ, ਮੈਨੂੰ ਪਹਿਲੀ ਨਜ਼ਰ ਵਿੱਚ ਹੀ ਉਹ ਕੁੜੀ ਬਹੁਤ ਪਸੰਦ ਆ ਗਈ ਸੀ। ਪਤਾ ਨਹੀਂ ਉਸ ਕੁੜੀ ਵਿੱਚ ਐਦਾਂ ਦੀ ਕੀ ਗੱਲ ਸੀ ਕਿ ਮੈਨੂੰ ਉਸ ਨੂੰ ਦੇਖੇ ਬਿਨਾਂ ਇੱਕ ਪਲ ਚੈਨ ਨਹੀਂ ਮਿਲਦਾ। ਅੱਜ ਤੱਕ ਮੈਂ ਬਹੁਤ ਸਾਰੀਆਂ ਕੁੜੀਆਂ ਦੇਖੀਆਂ ਸੀ ਤੇ ਬਹੁਤ ਸਾਰੀਆਂ ਕੁੜੀਆਂ ਮੇਰੇ ਆਲੇ ਦੁਆਲੇ ਵੀ ਮੰਡਰਾਉਂਦੀਆਂ ਰਹਿੰਦੀਆਂ ਸੀ। ਮੇਰਾ ਸਟੇਟਸ ਦੇਖ ਕੇ ਹਰ ਕੁੜੀ ਮੈਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਤੇ ਮੈਂ ਦੇਖਣ ਵਿੱਚ ਵੀ ਸੋਹਣਾ ਤੇ ਪੜ੍ਹਿਆ ਲਿਖਿਆ ਮੁੰਡਾ ਸੀ। ਪਰ ਮੈਂ ਅੱਜ ਤੱਕ ਜਿੰਨੀਆਂ ਵੀ ਕੁੜੀਆਂ ਦੇਖੀ ਸੀ, ਮੈਨੂੰ ਕਿਸੇ ਵਿੱਚ ਵੀ ਦਿਲਚਸਪੀ ਨਹੀਂ ਸੀ। ਪਰ ਅੱਜ ਮੈਂ ਉਸ ਕੁੜੀ ਨੂੰ ਦੇਖਿਆ ਤਾਂ ਮੇਰਾ ਦਿਲ ਬੇਚੈਨ ਹੋਇਆ ਜਾ ਰਿਹਾ ਸੀ ਤੇ ਮੈਨੂੰ ਇਹ ਕੁੜੀ ਇੱਕ ਹੀ ਨਜ਼ਰ ਵਿੱਚ ਪਸੰਦ ਆ ਗਈ ਸੀ। ਇੱਕ ਦਿਨ ਮੈਂ ਉਸ ਕੁੜੀ ਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਸੋਚਿਆ ਤੇ ਉਸ ਦਾ ਪਿੱਛਾ ਕਰਨ ਲਈ ਇੱਕ ਦਿਨ ਮੈਂ ਯੂਨੀਵਰਸਿਟੀ ਤੋਂ ਜਲਦੀ ਆ ਗਿਆ ਤੇ ਉਸ ਦਾ ਬੇਸਬਰੀ ਨਾਲ ਗਲੀ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗਿਆ। ਮੈਂ ਯੂਨੀਵਰਸਿਟੀ ਤੋਂ ਜਲਦੀ ਆ ਗਿਆ ਸੀ, ਇਸ ਲਈ ਮੇਰਾ ਸਮਾਂ ਹੀ ਨਹੀਂ ਲੰਘ ਰਿਹਾ ਸੀ। ਮੈਨੂੰ ਸ਼ਰਮਿੰਦਗੀ ਵੀ ਹੋ ਰਹੀ ਸੀ ਆਪਣੀ ਇਸ ਹਰਕਤ ਤੇ। ਅੱਜ ਤੱਕ ਮੈਂ ਕਦੇ ਕਿਸੇ ਕੁੜੀ ਦਾ ਪਿੱਛਾ ਨਹੀਂ ਕੀਤਾ ਸੀ, ਪਰ ਮੈਂ ਹੁਣ ਦਿਲ ਦੇ ਹੱਥੋਂ ਮਜਬੂਰ ਹੋ ਚੁੱਕਿਆ ਸੀ। ਲੋਕ ਸੱਚ ਕਹਿੰਦੇ ਹਨ ਕਿ ਪਿਆਰ ਚੰਗੇ ਨੂੰ ਵੀ ਪਾਗਲ ਕਰ ਦਿੰਦਾ ਹੈ। ਮੈਂ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਮੈਨੂੰ ਗਲੀ ਤੋਂ ਬਾਹਰ ਨਿਕਲਦੀ ਹੋਈ ਦਿਖਾਈ ਦਿੱਤੀ। ਕਾਲੇ ਰੰਗ ਦਾ ਸੂਟ ਪਹਿਨ ਕੇ ਉਸ ਦਾ ਗੋਰਾ ਰੰਗ ਜਿਵੇਂ ਹੀਰੇ ਦੀ ਤਰ੍ਹਾਂ ਚਮਕ ਰਿਹਾ ਸੀ। ਮੈਂ ਉਸ ਦਾ ਪਿੱਛਾ ਕਰਨ ਲੱਗਾ। ਉਸਨੇ ਸਿਰ ਤੇ ਚੁੰਨੀ ਲਈ ਹੋਈ ਸੀ ਤੇ ਉਸ ਦੀ ਚੁੰਨੀ ਦੇ ਥੱਲੇ ਉਸ ਦੇ ਲੰਬੇ ਕਾਲੇ ਵਾਲ ਚੋਟੀ ਕੀਤੇ ਹੋਏ ਨਜ਼ਰ ਆ ਰਹੇ ਸੀ। ਉਹ ਦੇਖਣ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਉਸ ਦਾ ਪਿੱਛਾ ਹੀ ਕਰ ਰਿਹਾ ਸੀ ਕਿ ਮੈਂ ਦੇਖਿਆ ਉਹ ਗਲੀ ਤੋਂ ਨਿਕਲ ਕੇ ਛੋਟੇ ਜਿਹੇ ਪਾਰਕ ਵਿੱਚ ਚਲੀ ਗਈ। ਮੈਂ ਵੀ ਉਸ ਦਾ ਪਿੱਛਾ ਕਰਦੇ ਹੋਏ ਉਸ ਪਾਰਕ ਵਿੱਚ ਪਹੁੰਚ ਗਿਆ। ਉਹ ਇੱਕ ਬੈਂਚ ਤੇ ਬੈਠ ਕੇ ਆਪਣੇ ਚਿਹਰੇ ਤੇ ਹੱਥ ਰੱਖ ਕੇ ਅਚਾਨਕ ਲੁੱਕ ਕੇ ਰੋਣ ਲੱਗੀ। ਮੈਨੂੰ ਹੈਰਾਨੀ ਹੋਈ ਕਿ ਅਚਾਨਕ ਉਹ ਇਸ ਤਰ੍ਹਾਂ ਕਿਉਂ ਰੋ ਰਹੀ ਹੈ। ਆਖਰ ਐਵੇਂ ਦੀ ਕੀ ਗੱਲ ਹੋ ਗਈ ਕਿ ਉਹ ਘਰ ਤੋਂ ਨਿਕਲ ਕੇ ਪਾਰਕ ਵਿੱਚ ਆ ਕੇ ਰੋ ਰਹੀ ਸੀ। ਮੈਨੂੰ ਉਸ ਦਾ ਰੋਣਾ ਬਰਦਾਸ਼ਤ ਨਹੀਂ ਹੋਇਆ। ਮੈਂ ਉਸ ਦੇ ਕੋਲ ਗਿਆ ਤੇ ਕਹਿਣ ਲੱਗਾ, ਹੈਲੋ ਜੀ ਮਿਸ। ਮੇਰੀ ਆਵਾਜ਼ ਸੁਣ ਕੇ ਉਸਨੇ ਹੈਰਾਨੀ ਨਾਲ ਆਪਣੇ ਚਿਹਰੇ ਤੋਂ ਹੱਥ ਹਟਾ ਕੇ ਮੈਨੂੰ ਦੇਖਣ ਲੱਗੀ। ਉਹ ਜਲਦਬਾਜ਼ੀ ਵਿੱਚ ਭੁੱਲ ਗਈ ਸੀ ਕਿ ਉਸ ਦਾ ਚਿਹਰਾ ਹੰਝੂਆਂ ਨਾਲ ਭਰਿਆ ਹੋਇਆ ਸੀ। ਮੈਂ ਉਸ ਕੁੜੀ ਨੂੰ ਕਿਹਾ, ਮੈਂ ਤੁਹਾਡਾ ਨਾਂ ਤਾਂ ਨਹੀਂ ਜਾਣਦਾ, ਪਰ ਕਿਰਪਾ ਕਰਕੇ ਤੁਸੀਂ ਰੋਵੋ ਨਾ। ਮੈਂ ਉਸ ਨੂੰ ਕਿਹਾ ਤੇ ਉਸ ਦੇ ਕੋਲ ਜਾ ਕੇ ਬੈਠ ਗਿਆ। ਉਸਨੇ ਜਲਦੀ ਆਪਣੇ ਹੰਝੂ ਸਾਫ਼ ਕੀਤੇ ਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਇੱਥੋਂ ਜਾਓ ਤੇ ਕਿਸੇ ਹੋਰ ਬੈਂਚ ਤੇ ਜਾ ਕੇ ਬੈਠ ਜਾਓ। ਹੋਰ ਵੀ ਤਾਂ ਦੂਜੇ ਬੈਂਚ ਖਾਲੀ ਹਨ ਤੇ ਦੂਜੇ ਬੈਂਚ ਵੱਲ ਇਸ਼ਾਰਾ ਕਰ ਰਹੀ ਸੀ। ਤਾਂ ਮੈਂ ਮੁਸਕਰਾ ਦਿੱਤਾ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਇਸ ਲਈ ਮੈਂ ਤੁਹਾਡਾ ਪਿੱਛਾ ਕਰਦੇ ਹੋਏ ਇੱਥੋਂ ਤੱਕ ਆਇਆ ਹਾਂ। ਮੈਂ ਉਸ ਨੂੰ ਸਭ ਦੱਸ ਦਿੱਤਾ ਕਿ ਮੈਂ ਕੋਈ ਅਵਾਰਾ ਮੁੰਡਾ ਨਹੀਂ ਹਾਂ ਤੇ ਨਾ ਹੀ ਅੱਜ ਤੱਕ ਕਦੇ ਕਿਸੇ ਕੁੜੀ ਦੀ ਦੋਸਤੀ ਦੇ ਚੱਕਰ ਵਿੱਚ ਪਿਆ ਹਾਂ। ਪਰ ਮੈਂ ਤੁਹਾਨੂੰ ਦੇਖ ਕੇ ਬੇਚੈਨ ਹੋ ਗਿਆ ਹਾਂ ਤੇ ਮੈਂ ਤੁਹਾਨੂੰ ਪਸੰਦ ਕਰਨ ਲੱਗਿਆ ਹਾਂ। ਮੈਂ ਆਪਣੇ ਦਿਲ ਦੀ ਗੱਲ ਉਸ ਨੂੰ ਕਹਿ ਦਿੱਤੀ ਤੇ ਉਹ ਚੁੱਪਚਾਪ ਮੇਰੀ ਗੱਲ ਸੁਣਦੀ ਰਹੀ। ਤੇ ਫਿਰ ਉਹ ਕੁੜੀ ਬੋਲੀ ਕਿ ਤੂੰ ਵੀ ਮੈਨੂੰ ਇਕੱਲੀ ਕੁੜੀ ਸਮਝ ਕੇ ਮੇਰੇ ਨਾਲ ਉਹੀ ਹਰਕਤ ਕਰਨਾ ਚਾਹੁੰਦਾ ਹੈ ਜੋ ਅੱਜ ਤੱਕ ਹਰ ਅਮੀਰ ਮੁੰਡਾ ਇੱਕ ਕੁੜੀ ਦੇ ਨਾਲ ਕਰਨਾ ਚਾਹੁੰਦਾ ਹੈ। ਉਸਨੇ ਇਹ ਗੱਲ ਬਹੁਤ ਹੀ ਦੁੱਖ ਨਾਲ ਕਹੀ
ਮੈਂ ਅੰਦਰ ਤੋਂ ਹਿੱਲ ਗਿਆ ਤੇ ਮੈਂ ਉਸ ਨੂੰ ਨਰਮੀ ਨਾਲ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਤੇ ਆਪਣੇ ਘਰ ਦੀ ਮਾਲਕਣ ਬਣਾਉਣਾ ਚਾਹੁੰਦਾ ਹਾਂ। ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਈ ਤੇ ਉਦਾਸ ਹੋ ਕੇ ਨਜ਼ਰਾਂ ਝੁਕਾਈ ਬੈਠ ਗਈ। ਮੈਂ ਉਸ ਨੂੰ ਵਜ੍ਹਾ ਪੁੱਛੀ ਤਾਂ ਉਹ ਦੱਸਣ ਲੱਗੀ ਕਿ ਉਸ ਦੀ ਮਾਂ ਇੱਕ ਟੀਚਰ ਸੀ। ਉਸਨੇ ਆਪਣੀ ਪਸੰਦ ਦੇ ਨਾਲ ਵਿਆਹ ਕੀਤਾ ਸੀ, ਜੋ ਕਿ ਪਹਿਲਾਂ ਤੋਂ ਹੀ 2 ਬੱਚਿਆਂ ਦਾ ਬਾਪ ਸੀ। ਉਹ ਆਪਣੇ ਦੋਵੇਂ ਬੱਚਿਆਂ ਨੂੰ ਸਕੂਲ ਤੋਂ ਲੈਣ ਅਤੇ ਛੱਡਣ ਜਾਇਆ ਕਰਦਾ ਸੀ ਤਾਂ ਉਹਨਾਂ ਦੀ ਮੁਲਾਕਾਤ ਉੱਥੇ ਹੋਈ ਸੀ। ਪਿਤਾ ਮੇਰੀ ਮਾਂ ਨੂੰ ਬਹੁਤ ਪਸੰਦ ਕਰਨ ਲੱਗੇ ਸੀ, ਕਿਉਂਕਿ ਮੇਰੇ ਪਿਤਾ ਨੂੰ ਜਿਸ ਤਰ੍ਹਾਂ ਦੀ ਕੁੜੀ ਚਾਹੀਦੀ ਸੀ, ਮੇਰੀ ਮਾਂ ਬਿਲਕੁਲ ਉੱਦਾਂ ਦੀ ਹੀ ਸੀ ਤੇ ਮੇਰੇ ਪਿਤਾ ਨੂੰ ਉੱਦਾਂ ਦਾ ਹੀ ਜੀਵਨ ਸਾਥੀ ਚਾਹੀਦਾ ਸੀ। ਜਦੋਂ ਕਿ ਮੇਰੇ ਪਿਤਾ ਦੀ ਪਹਿਲੀ ਪਤਨੀ ਇੱਕ ਗਵਾਰ ਕਿਸਮ ਦੀ ਔਰਤ ਸੀ। ਉਹਨਾਂ ਨੂੰ ਆਪਣੇ ਪਤੀ ਤੇ ਬੱਚਿਆਂ ਨਾਲ ਕੋਈ ਦਿਲਚਸਪੀ ਨਹੀਂ ਸੀ। ਬਸ ਉਸ ਨੂੰ ਲੋਕਾਂ ਦੀਆਂ ਬੁਰਾਈਆਂ ਤੇ ਲੋਕਾਂ ਦੇ ਘਰਾਂ ਵਿੱਚ ਕੀ ਹੁੰਦਾ ਹੈ, ਬਸ ਇਸ ਗੱਲ ਨਾਲ ਦਿਲਚਸਪੀ ਸੀ। ਉਸ ਨੂੰ ਥੋੜੀ ਵੀ ਚਿੰਤਾ ਨਹੀਂ ਸੀ ਕਿ ਉਹਨਾਂ ਦੇ ਬੱਚੇ ਤੇ ਉਹਨਾਂ ਦਾ ਪਤੀ ਕੀ ਕਰਦਾ ਹੈ, ਖਾਣਾ ਖਾਧਾ ਜਾਂ ਨਹੀਂ ਖਾਧਾ, ਕੋਈ ਚਿੰਤਾ ਨਹੀਂ ਸੀ। ਮੇਰੇ ਪਿਤਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੰਗ ਆ ਗਏ ਸੀ, ਇਸ ਲਈ ਉਹਨਾਂ ਨੇ ਮੇਰੀ ਮੰਮੀ ਨਾਲ ਵਿਆਹ ਕਰਵਾ ਲਿਆ ਤੇ ਇੱਕ ਅਲੱਗ ਘਰ ਲੈ ਕੇ ਮੇਰੀ ਮਾਂ ਦੇ ਨਾਲ ਰਹਿੰਦੇ ਸੀ। ਕੁਝ ਮਹੀਨੇ ਬਾਅਦ ਮੈਂ ਪੈਦਾ ਹੋਈ। ਮੇਰੇ ਮਾਂ-ਬਾਪ ਬਹੁਤ ਜ਼ਿਆਦਾ ਖੁਸ਼ ਸੀ, ਪਰ ਉਹਨਾਂ ਦੋਵਾਂ ਦਾ ਸਾਥ ਜ਼ਿਆਦਾ ਦਿਨ ਤੱਕ ਨਹੀਂ ਰਿਹਾ। ਇੱਕ ਸਮੇਂ ਦੀ ਗੱਲ ਸੀ, ਉਹ ਮੈਨੂੰ ਘਰ ਦੇ ਨੌਕਰ ਦੇ ਕੋਲ ਛੱਡ ਕੇ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਚਲੇ ਗਏ ਤੇ ਰਸਤੇ ਵਿੱਚ ਹੀ ਦੋਵਾਂ ਦਾ ਐਕਸੀਡੈਂਟ ਹੋ ਗਿਆ। ਦੋਵਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਮੈਂ ਘਰ ਦੇ ਨੌਕਰ ਦੇ ਕੋਲ ਸੀ ਤਾਂ ਉਹਨਾਂ ਨੇ ਮੈਨੂੰ ਮੇਰੇ ਪਿਤਾ ਦੀ ਪਹਿਲੀ ਪਤਨੀ ਕੋਲ ਛੱਡ ਦਿੱਤਾ। ਮੈਂ ਜਦੋਂ 3 ਸਾਲ ਦੀ ਸੀ, ਮੇਰੇ ਪਿਤਾ ਦੇ 2 ਵੱਡੇ ਮੁੰਡੇ ਸੀ। ਉਹ ਦੋਵੇਂ ਭਾਈ ਮੈਨੂੰ ਬਹੁਤ ਮੰਨਦੇ ਸੀ, ਪਰ ਮੇਰੀ ਸੌਤੇਲੀ ਮਾਂ ਮੈਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ ਤੇ ਮੇਰੇ ਤੇ ਬਹੁਤ ਜ਼ੁਲਮ ਕਰਦੀ ਸੀ। ਮੇਰੇ ਤੋਂ ਛੋਟੀ ਉਮਰ ਵਿੱਚ ਹੀ ਘਰ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਮੈਨੂੰ ਜ਼ਿਆਦਾ ਪੜ੍ਹਨ ਵੀ ਨਹੀਂ ਦਿੱਤਾ। ਮੈਂ ਆਪਣੇ ਭਰਾਵਾਂ ਦੀਆਂ ਕਿਤਾਬਾਂ ਤੋਂ ਥੋੜ੍ਹਾ ਬਹੁਤ ਪੜ੍ਹ ਲਿਆ ਕਰਦੀ ਸੀ ਤੇ ਇਹ ਦੋਵੇਂ ਭਰਾ ਮੈਨੂੰ ਥੋੜ੍ਹਾ ਬਹੁਤ ਪੜ੍ਹਾ ਦਿਆ ਕਰਦੇ ਸੀ। ਮੈਂ ਬਸ ਇੰਨਾ ਹੀ ਪੜ੍ਹੀ ਲਿਖੀ ਹਾਂ ਤੇ ਹੁਣ ਮੇਰੇ ਦੋਵਾਂ ਭਰਾਵਾਂ ਦਾ ਵਿਆਹ ਹੋ ਗਿਆ ਹੈ। ਉਹ ਆਪਣੇ ਆਪਣੇ ਪਰਿਵਾਰ ਨਾਲ ਬਾਹਰ ਸ਼ਿਫਟ ਹੋ ਗਏ ਤੇ ਮੈਂ ਇੱਥੇ ਇਕੱਲੀ ਸੌਤੇਲੀ ਮਾਂ ਦੇ ਨਾਲ ਰਹਿ ਰਹੀ ਹਾਂ। ਮੇਰੀ ਸੌਤੇਲੀ ਮਾਂ ਦੇ ਭਤੀਜੇ ਆਉਂਦੇ ਹਨ ਤੇ ਮੈਨੂੰ ਗੰਦੀ ਗੰਦੀ ਨਜ਼ਰ ਨਾਲ ਦੇਖਦੇ ਹਨ। ਇਸ ਘਰ ਵਿੱਚ ਮੇਰੀ ਇੱਜ਼ਤ ਵੀ ਦਾਅ 'ਤੇ ਲੱਗੀ ਹੋਈ ਹੈ ਤੇ ਪਤਾ ਨਹੀਂ ਕਦੋਂ ਮੇਰੇ ਨਾਲ ਕੀ ਹੋ ਜਾਵੇ। ਇਹ ਮੈਂ ਖੁਦ ਨਹੀਂ ਕਹਿ ਸਕਦੀ ਤੇ ਉਹ ਇਹ ਕਹਿ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਉਸ ਨੂੰ ਰੋਂਦਾ ਹੋਇਆ ਦੇਖ ਕੇ ਮੇਰੇ ਵੀ ਹੰਝੂ ਵਹਿਣ ਲੱਗੇ, ਪਰ ਮੈਂ ਉਸ ਨੂੰ ਬੜੀ ਮੁਸ਼ਕਲ ਨਾਲ ਸਮਝਾਇਆ ਤੇ ਉਸ ਨੂੰ ਵਿਸ਼ਵਾਸ ਦਿੱਤਾ ਕਿ ਤੂੰ ਅੱਜ ਤੱਕ ਜੋ ਵੀ ਦੁੱਖ ਦੇਖਿਆ ਹੈ, ਮੈਂ ਉਸ ਨੂੰ ਖੁਸ਼ੀਆਂ ਵਿੱਚ ਬਦਲ ਦੇਵਾਂਗਾ। ਉਸ ਨੇ ਆਪਣਾ ਨਾਂ ਸੁਜਾਤਾ ਦੱਸਿਆ ਸੀ। ਹੁਣ ਤੂੰ ਜ਼ਿਆਦਾ ਚਿੰਤਾ ਨਾ ਕਰ, ਮੈਂ ਆਪਣੇ ਪਰਿਵਾਰ ਨੂੰ ਜਲਦੀ ਹੀ ਤੇਰੇ ਘਰ ਲੈ ਕੇ ਆਵਾਂਗਾ ਤੇ ਤੇਰਾ ਹੱਕ ਤੇਰੀ ਮਾਂ ਤੋਂ ਮੰਗਾਂਗਾ ਤੇ ਤੈਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਖੁਸ਼ੀਆਂ ਦੀ ਜ਼ਿੰਦਗੀ ਵਿੱਚ ਲੈ ਆਵਾਂਗਾ। ਇਹ ਮੇਰਾ ਤੇਰੇ ਨਾਲ ਵਾਅਦਾ ਹੈ। ਫਿਰ ਮੈਂ ਝਟਕੇ ਨਾਲ ਉਸ ਨੂੰ ਕਿਹਾ ਕਿ ਮੈਂ ਤੈਨੂੰ ਤਾਂ ਪੁੱਛਣਾ ਹੀ ਭੁੱਲ ਗਿਆ ਕਿ ਕੀ ਤੂੰ ਇਸ ਰਿਸ਼ਤੇ ਤੋਂ ਰਾਜ਼ੀ ਹੈ ਜਾਂ ਤੈਨੂੰ ਕੋਈ ਹੋਰ ਮੁੰਡਾ ਪਸੰਦ ਹੈ। ਜੇ ਐਵੇਂ ਦੀ ਕੋਈ ਗੱਲ ਹੈ ਤਾਂ ਮੈਨੂੰ ਦੱਸ ਦਿਓ, ਮੈਂ ਤੁਹਾਡੇ ਰਸਤੇ ਤੋਂ ਹਟ ਜਾਵਾਂਗਾ। ਤਾਂ ਉਸਨੇ ਨਹੀਂ ਵਿੱਚ ਸਿਰ ਹਿਲਾਇਆ ਤੇ ਕਹਿਣ ਲੱਗੀ ਕਿ ਮੈਂ ਕਿਸੇ ਨੂੰ ਪਸੰਦ ਨਹੀਂ ਕਰਦੀ ਤੇ ਕਹਿਣ ਲੱਗੀ ਕਿ ਮੈਂ ਬਸ ਇਹ ਚਾਹੁੰਦੀ ਹਾਂ ਮੈਂ ਆਪਣੀ ਮਾਂ ਦੇ ਘਰ ਤੋਂ ਇੱਜ਼ਤ ਨਾਲ ਚਲੀ ਜਾਵਾਂ, ਨਹੀਂ ਤਾਂ ਮੇਰੀ ਮਾਂ ਦੇ ਭਤੀਜੇ ਮੇਰੇ ਆਲੇ ਦੁਆਲੇ ਹੀ ਘੁੰਮਦੇ ਰਹਿੰਦੇ ਹਨ। ਮੈਨੂੰ ਉਹਨਾਂ ਤੋਂ ਡਰ ਲੱਗਦਾ ਹੈ, ਉਹ ਲੋਕ ਮੇਰੇ ਨਾਲ ਕੁਝ ਵੀ ਕਰ ਸਕਦੇ ਹਨ। ਫਿਰ ਮੈਂ ਉਸ ਨੂੰ ਤਸੱਲੀ ਦਿੱਤੀ ਕਿ ਤੈਨੂੰ ਹੁਣ ਕੁਝ ਨਹੀਂ ਹੋਏਗਾ। ਇਹ ਕਹਿ ਕੇ ਤੇ ਵਾਅਦਾ ਕਰਕੇ ਮੈਂ ਆਪਣੇ ਘਰ ਚਲਾ ਆਇਆ। ਮੈਂ ਬਹੁਤ ਖੁਸ਼ ਸੀ ਕਿ ਮੈਂ ਆਪਣੇ ਪਿਆਰ ਸੁਜਾਤਾ ਨੂੰ ਬਹੁਤ ਆਸਾਨੀ ਨਾਲ ਪਾ ਲਵਾਂਗਾ। ਮੈਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਜਿਸ ਨੂੰ ਪਿਆਰ ਕਰਦਾ ਹਾਂ ਉਹ ਮੈਨੂੰ ਇੰਨੀ ਆਸਾਨੀ ਨਾਲ ਮਿਲ ਜਾਵੇਗੀ। ਸੁਜਾਤਾ ਦੀ ਮਾਂ ਵੈਸੇ ਵੀ ਉਸ ਨੂੰ ਪਸੰਦ ਨਹੀਂ ਕਰਦੀ ਸੀ, ਉਹ ਤਾਂ ਉਸ ਤੋਂ ਪਿੱਛਾ ਹੀ ਛੁਡਾਉਣਾ ਚਾਹੁੰਦੀ ਸੀ। ਮੈਂ ਅਗਲੀ ਸਵੇਰ ਆਪਣੇ ਪਿੰਡ ਆ ਗਿਆ। ਮੇਰੀ ਮਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਮੈਨੂੰ ਯਕੀਨ ਸੀ ਕਿ ਮੇਰੀ ਮਾਂ ਮੇਰੇ ਪਿਆਰ ਨੂੰ ਕਦੇ ਵੀ ਮਨਾ ਨਹੀਂ ਕਰੇਗੀ। ਮੈਂ ਘਰ ਪਹੁੰਚਦੇ ਹੀ ਖੁਸ਼ੀ ਨਾਲ ਮਾਂ ਨੂੰ ਗੋਦ ਵਿੱਚ ਉਠਾ ਕੇ ਗੋਲ-ਗੋਲ ਘੁਮਾਉਣ ਲੱਗਿਆ। ਮੇਰੀ ਮਾਂ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਚਿল্ਲਾਉਣ ਲੱਗੀ, ਤੂੰ ਪਾਗਲ ਹੋ ਗਿਆ ਹੈ ਕਿ ਆਪਣੀ ਬੁੜੀ ਮਾਂ ਨੂੰ ਇਦਾਂ ਹੀ ਮਾਰ ਦੇਵੇਗਾ। ਮੈਂ ਮਾਂ ਨੂੰ ਨੀਚੇ ਉਤਾਰਿਆ। ਉਹ ਆਪਣਾ ਸਿਰ ਪਕੜ ਕੇ ਬੈਠ ਗਈ ਤੇ ਮੈਂ ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਮਾਂ, ਤੁਹਾਡਾ ਮੁੰਡਾ ਸੱਚ ਵਿੱਚ ਪਾਗਲ ਹੋ ਗਿਆ ਹੈ। ਮੇਰੇ ਤੋਂ ਸਬਰ ਨਹੀਂ ਹੋ ਰਿਹਾ ਸੀ ਤੇ ਮੈਂ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ।
ਇਹ ਸਾਰਾ ਸੁਣ ਕੇ ਤਾਂ ਮੇਰੀ ਮਾਂ ਬਹੁਤ ਜ਼ਿਆਦਾ ਖੁਸ਼ ਹੋ ਗਈ ਕਿ ਆਖਰਕਾਰ ਮਾਂ ਮੈਨੂੰ ਕਦੋਂ ਤੋਂ ਵਿਆਹ ਕਰਨ ਦੇ ਲਈ ਕਹਿ ਰਹੀ ਸੀ ਤੇ ਮੈਂ ਵਿਆਹ ਦੇ ਲਈ ਮੰਨ ਗਿਆ। ਪਰ ਸੁਜਾਤਾ ਦੇ ਬਾਰੇ ਸੋਚ ਕੇ ਥੋੜਾ ਠਹਿਰ ਗਈ ਤੇ ਕਹਿਣ ਲੱਗੀ ਕਿ ਪੁੱਤ ਇਦਾਂ ਕਿਵੇਂ ਕਿਸੇ ਵੀ ਕੁੜੀ ਨਾਲ ਵਿਆਹ ਕਰਵਾ ਲਏਗਾ? ਉਸ ਦਾ ਘਰ ਪਰਿਵਾਰ ਤਾਂ ਦੇਖਣਾ ਪਵੇਗਾ। ਉਹ ਲੋਕ ਕਿੱਦਾਂ ਦੇ ਹਨ, ਸਾਡੇ ਸਮਾਜ ਦੇ ਹਨ ਵੀ ਜਾਂ ਨਹੀਂ? ਮਾਂ ਮੈਨੂੰ ਸਮਝਾ ਰਹੀ ਸੀ, ਪਰ ਮੈਂ ਮਾਂ ਨੂੰ ਕਿਹਾ ਕਿ ਇਹ ਸਭ ਕੁਝ ਮੈਂ ਨਹੀਂ ਜਾਣਦਾ। ਮੈਂ ਸੁਜਾਤਾ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਵਿਆਹ ਤਾਂ ਉਸ ਨਾਲ ਹੀ ਕਰਾਂਗਾ, ਨਹੀਂ ਤਾਂ ਕਦੇ ਨਹੀਂ ਕਰਾਂਗਾ। ਤੇ ਤੁਸੀਂ ਬਸ ਕੱਲ ਹੀ ਚੱਲੋ ਉਸ ਦੀ ਮਾਂ ਤੋਂ ਰਿਸ਼ਤਾ ਮੰਗਣ ਲਈ। ਮੇਰੀ ਮਾਂ ਹੱਸਣ ਲੱਗੀ ਤੇ ਬੋਲੀ, ਹਾਂ ਭਾਈ ਹਾਂ, ਜਿਵੇਂ ਤੂੰ ਕਹੇਗਾ ਉਦਾਂ ਹੀ ਹੋਵੇਗਾ। ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਮੈਂ ਕਰੋੜਾਂ ਦਾ ਇਕਲੌਤਾ ਵਾਰਿਸ ਸੀ। ਮੈਨੂੰ ਯਕੀਨ ਸੀ ਕਿ ਸੁਜਾਤਾ ਦੀ ਮਾਂ ਇਸ ਰਿਸ਼ਤੇ ਤੋਂ ਮਨਾ ਨਹੀਂ ਕਰੇਗੀ। ਮੇਰੇ ਪਿਤਾ ਜੀ ਬਹੁਤ ਬਿਮਾਰ ਰਹਿੰਦੇ ਸੀ। ਉਹ ਹਮੇਸ਼ਾ ਬਿਸਤਰ ਤੇ ਪਏ ਰਹਿੰਦੇ ਸੀ। ਉਹਨਾਂ ਦੀ ਦੇਖਭਾਲ ਲਈ ਇੱਕ ਨਰਸ ਰਹਿੰਦੀ ਸੀ ਤੇ ਮਾਂ ਵੀ ਉਹਨਾਂ ਦੀ ਖੂਬ ਸੇਵਾ ਕਰਦੀ ਸੀ। ਮੇਰੇ ਪਿਤਾ ਜੀ ਦੇ ਬਿਸਤਰ ਤੇ ਹੋਣ ਦੀ ਵਜ੍ਹਾ ਨਾਲ ਘਰ ਦੀ ਭੱਜ ਦੌੜ ਸਾਰੀਆਂ ਚੀਜ਼ਾਂ ਮਾਂ ਦੇ ਉੱਪਰ ਹੀ ਸੀ। ਇਸ ਲਈ ਘਰ ਦੇ ਫੈਸਲੇ ਵੀ ਮਾਂ ਹੀ ਕਰਿਆ ਕਰਦੀ ਸੀ। ਮੈਂ ਤੇ ਮਾਂ ਸੁਜਾਤਾ ਦਾ ਰਿਸ਼ਤਾ ਲੈ ਕੇ ਉਸ ਦੀ ਮਾਂ ਦੇ ਕੋਲ ਗਏ। ਉਹਨਾਂ ਨੇ ਸਾਡਾ ਸਟੇਟਸ ਦੇਖ ਕੇ ਵਿਆਹ ਲਈ ਤੁਰੰਤ ਹਾਂ ਕਰ ਦਿੱਤੀ। ਪਰ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਸਾਡੇ ਕੋਲ ਦੇਣ ਲਈ ਕੁਝ ਵੀ ਨਹੀਂ ਹੈ। ਮੈਂ ਆਪਣੀ ਕੁੜੀ ਨੂੰ ਕੁਝ ਵੀ ਨਹੀਂ ਦੇ ਸਕਦੀ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਸਾਨੂੰ ਤੁਹਾਡੀ ਕੁੜੀ ਦੇ ਇਲਾਵਾ ਇਸ ਘਰ ਤੋਂ ਇੱਕ ਪੈਸਾ ਨਹੀਂ ਚਾਹੀਦਾ ਤੇ ਕਿਹਾ ਕਿ ਅਸੀਂ ਇਸੇ ਮਹੀਨੇ ਵਿਆਹ ਕਰਨਾ ਚਾਹੁੰਦੇ ਹਾਂ। ਸੁਜਾਤਾ ਦੀ ਮਾਂ ਵੀ ਤਿਆਰ ਹੋ ਗਈ ਤੇ ਇਸ ਤਰ੍ਹਾਂ ਨਾਲ ਸਾਡੀ ਚੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ। ਮੈਂ ਇੰਨਾ ਜ਼ਿਆਦਾ ਖੁਸ਼ ਸੀ ਕਿ ਮੈਨੂੰ ਆਪਣੇ ਪੈਰ ਜ਼ਮੀਨ ਤੇ ਮਹਿਸੂਸ ਨਹੀਂ ਹੋ ਰਹੇ ਸੀ। ਇਦਾਂ ਲੱਗ ਰਿਹਾ ਸੀ ਜਿਵੇਂ ਮੈਂ ਹਵਾ ਵਿੱਚ ਉੱਡ ਰਿਹਾ ਹਾਂ। ਅੱਜ ਸੁਜਾਤਾ ਦੁਲਹਨ ਬਣ ਕੇ ਮੇਰੇ ਕਮਰੇ ਵਿੱਚ ਬੈਠੀ ਹੋਈ ਸੀ। ਜ਼ਿੰਦਗੀ ਅੱਜ ਤੋਂ ਪਹਿਲਾਂ ਇੰਨੀ ਜ਼ਿਆਦਾ ਖੂਬਸੂਰਤ ਕਦੇ ਨਹੀਂ ਲੱਗੀ। ਸੁਜਾਤਾ ਵੀ ਮੈਨੂੰ ਪਾ ਕੇ ਖੁਸ਼ ਹੋ ਗਈ ਸੀ। ਉਸਨੇ ਬਹੁਤ ਦੁੱਖ ਦੇਖੇ ਸੀ। ਅੱਜ ਪੂਰੀ ਹਵੇਲੀ ਵਿੱਚ ਜਸ਼ਨ ਦਾ ਸਮਾਂ ਸੀ। ਵਿਆਹ ਵਾਲੀ ਰਾਤ ਹੀ ਮੈਨੂੰ ਸੁਜਾਤਾ ਬਾਰੇ ਪਤਾ ਚੱਲਿਆ ਕਿ ਉਸ ਨੂੰ ਡਾਇਰੀ ਲਿਖਣ ਦੀ ਆਦਤ ਹੈ। ਉਸਨੇ ਡਾਇਰੀ ਵਿੱਚ ਮੇਰੇ ਬਾਰੇ ਵਿੱਚ ਸਾਰੀ ਗੱਲ ਲਿਖੀ ਸੀ, ਕਦੋਂ ਅਸੀਂ ਮਿਲੇ ਤੇ ਕਿਸ ਤਰ੍ਹਾਂ ਮੈਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਫਿਰ ਕਿਵੇਂ ਉਸ ਦੇ ਘਰ ਵਿੱਚ ਰਿਸ਼ਤਾ ਲੈ ਕੇ ਗਿਆ। ਸਾਰੀਆਂ ਚੀਜ਼ਾਂ ਉਸ ਵਿੱਚ ਲਿਖੀਆਂ ਹੋਈਆਂ ਸੀ। ਉਸ ਵਿੱਚ ਉਸ ਦੀ ਪਹਿਲਾਂ ਦੀ ਜ਼ਿੰਦਗੀ ਬਾਰੇ ਵੀ ਲਿਖਿਆ ਹੋਇਆ ਸੀ ਕਿ ਉਸ ਦੀ ਮਾਂ ਉਸ 'ਤੇ ਕਿਸ ਤਰ੍ਹਾਂ ਅਤਿਆਚਾਰ ਕਰਦੀ ਸੀ। ਸੁਜਾਤਾ ਨੇ ਅੱਜ ਤੱਕ ਬਹੁਤ ਦੁੱਖ ਦੇਖੇ ਸੀ। ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਸੀ ਕਿ ਇਸ ਨੇ ਜਿੰਨੀ ਵੀ ਤਕਲੀਫਾਂ ਦੇਖੀਆਂ ਹਨ ਉਹਨਾਂ ਨੂੰ ਮੈਂ ਖੁਸ਼ੀਆਂ ਵਿੱਚ ਬਦਲ ਦਊਂਗਾ। ਮੇਰੇ ਪਿਤਾ ਜੀ ਵੀ ਇਸ ਵਿਆਹ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਸੀ। ਮੈਨੂੰ ਆਪਣੀ ਪੜ੍ਹਾਈ ਵੀ ਪੂਰੀ ਕਰਨੀ ਸੀ, ਇਸ ਲਈ ਵਿਆਹ ਦੇ 15 ਦਿਨਾਂ ਬਾਅਦ ਹੀ ਮੈਂ ਸ਼ਹਿਰ ਵਾਪਸ ਚਲਾ ਗਿਆ। ਮੈਂ ਇਸ ਸਮੇਂ ਸੁਜਾਤਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਲਦੀ ਹੀ ਉੱਥੇ ਰਹਿਣ ਦਾ ਬੰਦੋਬਸਤ ਕਰਾਂਗਾ। ਤੈਨੂੰ ਜਲਦੀ ਹੀ ਉੱਥੇ ਲੈ ਕੇ ਚੱਲਾਂਗਾ ਕਿਉਂਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਉਹ ਮੇਰੀ ਗੱਲ ਸੁਣ ਕੇ ਖੁਸ਼ ਹੋ ਗਈ। ਮੈਨੂੰ ਆਉਂਦਾ ਹੋਇਆ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਉਹ ਮੈਨੂੰ ਉਦੋਂ ਤੱਕ ਦੇਖਦੀ ਰਹੀ ਜਦੋਂ ਤੱਕ ਮੈਂ ਉਸ ਦੀਆਂ ਅੱਖਾਂ ਤੋਂ ਦੂਰ ਨਹੀਂ ਹੋਇਆ। ਮੈਂ ਸ਼ਹਿਰ ਜਾਂਦੇ ਨਾਲ ਹੀ ਇੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਉੱਥੇ ਰਹਿਣ ਲਈ ਸਭ ਤੋਂ ਚੰਗਾ ਮਕਾਨ ਲੱਭਣਾ ਸ਼ੁਰੂ ਕਰ ਦਿੱਤਾ। ਉੱਥੇ ਦੇ ਏਜੰਟ ਨੂੰ ਦੱਸਿਆ ਕਿ ਮੈਨੂੰ ਇੱਕ ਚੰਗਾ ਜਿਹਾ ਮਕਾਨ ਦਿਖਾ। 10-15 ਦਿਨਾਂ ਦੇ ਅੰਦਰ ਹੀ ਮੈਨੂੰ ਮਕਾਨ ਮਿਲ ਗਿਆ, ਜਿਵੇਂ ਮੈਂ ਚਾਹੁੰਦਾ ਸੀ ਉਦਾਂ ਦਾ ਹੀ। ਹੁਣ ਮੇਰੇ ਤੋਂ ਸਬਰ ਨਹੀਂ ਹੋ ਰਿਹਾ ਸੀ। ਮੈਂ ਵਾਪਸ ਆਪਣੇ ਪਿੰਡ ਆ ਗਿਆ ਸੁਜਾਤਾ ਨੂੰ ਲੈਣ ਲਈ। ਮੈਂ ਬਹੁਤ ਜ਼ਿਆਦਾ ਖੁਸ਼ ਸੀ ਸੁਜਾਤਾ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣ ਲਈ। ਪਰ ਮੈਂ ਜਿਵੇਂ ਹੀ ਹਵੇਲੀ ਆਇਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਦੇਖਿਆ ਕਿ ਮਾਂ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਮੈਂ ਮਾਂ ਦੇ ਕੋਲ ਗਿਆ ਤਾਂ ਉਹ ਮੈਨੂੰ ਦੇਖ ਕੇ ਹੋਰ ਉੱਚੀ ਰੋਣ ਲੱਗੀ। ਮੈਂ ਪੁੱਛਿਆ, ਮਾਂ ਕੀ ਹੋਇਆ, ਕਿਉਂ ਰੋ ਰਹੀ ਹੈ? ਮਾਂ ਰੋਂਦੇ ਹੋਏ ਬੋਲਣ ਲੱਗੀ, ਅਸੀਂ ਲੁੱਟੇ ਗਏ, ਬਰਬਾਦ ਹੋ ਗਏ। ਤੇਰੀ ਪਤਨੀ ਨੇ ਤਾਂ ਸਾਡੀ ਇੱਜ਼ਤ ਨੂੰ ਨਿਲਾਮ ਕਰ ਦਿੱਤਾ। ਅਸੀਂ ਕਿਸੇ ਨੂੰ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇ। ਮਾਂ ਨੂੰ ਪੁੱਛਿਆ, ਤੁਸੀਂ ਕੀ ਕਹਿ ਰਹੇ ਹੋ? ਇੰਨਾ ਕਹਿ ਕੇ ਮੈਂ ਸੁਜਾਤਾ ਨੂੰ ਚਾਰੇ ਪਾਸੇ ਪਾਗਲਾਂ ਦੀ ਤਰ੍ਹਾਂ ਲੱਭਣ ਲੱਗਿਆ। ਸੁਜਾਤਾ ਮੈਨੂੰ ਕਿਤੇ ਨਹੀਂ ਮਿਲੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਬਿਖਰਿਆ ਹੋਇਆ ਸੀ ਤੇ ਸਾਰਾ ਸਮਾਨ, ਜਿਊਲਰੀ, ਸਭ ਕੁਝ ਗਾਇਬ ਸੀ। ਮੇਰਾ ਸਰ ਚਕਰਾ ਰਿਹਾ ਸੀ। ਹੁਣ ਮੈਨੂੰ ਐਵੇਂ ਲੱਗ ਰਿਹਾ ਸੀ ਕਿ ਹੁਣੇ ਮੇਰੀ ਜਾਨ ਨਿਕਲ ਜਾਵੇਗੀ। ਮੈਨੂੰ ਪਤਾ ਹੀ ਨਹੀਂ ਚੱਲਿਆ, ਮੇਰੀ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਤੇ ਮੈਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਵਿੱਚ ਸੀ। ਮੈਂ 2 ਦਿਨ ਤੋਂ ਬੇਹੋਸ਼ ਹਸਪਤਾਲ ਵਿੱਚ ਪਿਆ ਹੋਇਆ ਸੀ। ਜਿਵੇਂ ਹੀ ਮੈਨੂੰ ਹੋਸ਼ ਆਇਆ ਤਾਂ ਮੈਨੂੰ ਸੁਜਾਤਾ ਦੀ ਯਾਦ ਆਈ ਤੇ ਮੈਂ ਚੀਕਣ ਲੱਗਾ। ਡਾਕਟਰ ਨੇ ਮੈਨੂੰ ਬੇਹੋਸ਼ੀ ਦਾ ਟੀਕਾ ਦਿੱਤਾ।
मैं फिर बेहोश हो गया। इसे तरह कई दिन ਹਸਪਤਾਲ ਵਿੱਚ ਹੀ ਲੰਘ ਗਏ। ਕਈ ਦਿਨਾਂ ਬਾਅਦ ਮੈਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਪਰ ਮੈਂ ਘਰ ਵਿੱਚ ਵੀ ਇੱਕ ਬੇਜਾਨ ਜਿਹਾ ਹੋ ਕੇ ਰਹਿ ਗਿਆ ਸੀ। ਕਿਸੇ ਨਾਲ ਕਦੇ ਕੋਈ ਗੱਲ ਨਹੀਂ ਕਰਦਾ ਤੇ ਐਵੇਂ ਹੀ ਇਕੱਲੇ ਆਪਣੇ ਕਮਰੇ ਵਿੱਚ ਪਿਆ ਰਹਿੰਦਾ। ਹੁਣ ਮੈਨੂੰ ਆਪਣੀ ਜ਼ਿੰਦਗੀ ਨਾਲ ਨਫ਼ਰਤ ਜਿਹੀ ਹੋਣ ਲੱਗੀ ਸੀ। ਕਈ ਵਾਰ ਮਨ ਕੀਤਾ ਕਿ ਖੁਦ ਨੂੰ ਖਤਮ ਕਰ ਲਵਾਂ। ਮੈਂ ਐਸ਼ੋ ਆਰਾਮ ਨਾਲ ਜ਼ਿੰਦਗੀ ਗੁਜ਼ਾਰਨ ਵਾਲਾ ਮੁੰਡਾ ਸੀ, ਪਰ ਕਦੇ ਕਿਸੇ ਬੁਰਾਈ ਵਿੱਚ ਨਹੀਂ ਪਿਆ ਸੀ, ਨਾ ਕਦੇ ਇੱਕ ਵੀ ਸਿਗਰਟ ਪੀਤੀ ਸੀ। ਮੇਰਾ ਦੋਸਤ ਹਰ ਕੋਈ ਕਿਸੇ ਨਾ ਕਿਸੇ ਬੁਰੀ ਸੰਗਤ ਵਿੱਚ ਸੀ, ਪਰ ਮੈਂ ਕਦੇ ਕਿਸੇ ਗਲਤ ਕੰਮ ਨੂੰ ਹੱਥ ਤੱਕ ਨਹੀਂ ਲਗਾਇਆ ਸੀ। ਮੇਰੀ ਸ਼ਰਾਫਤ ਤੇ ਪਿਆਰ ਦੇ ਬਦਲੇ ਮੈਨੂੰ ਇਹ ਇਨਾਮ ਮਿਲਿਆ। ਮੈਂ ਕਦੇ ਨਹੀਂ ਸੋਚਿਆ ਸੀ ਸੁਜਾਤਾ ਮੇਰੇ ਪਿਆਰ ਤੇ ਮੇਰੀ ਸ਼ਰਾਫਤ ਦਾ ਫਾਇਦਾ ਚੁੱਕ ਕੇ ਆਪਣੇ ਆਸ਼ਕ ਨਾਲ ਕਿਤੇ ਭੱਜ ਗਈ। ਸੁਜਾਤਾ ਨੇ ਮੈਨੂੰ ਇੱਕ ਪੌੜੀ ਦੀ ਤਰ੍ਹਾਂ ਇਸਤੇਮਾਲ ਕੀਤਾ ਸੀ। ਉਸਦੇ ਕੋਲ ਕੁਝ ਨਹੀਂ ਸੀ, ਉਸਨੇ ਸਭ ਕੁਝ ਹਾਸਲ ਕਰਨਾ ਸੀ, ਪੈਸਾ, ਰੁਪਇਆ। ਇਸ ਲਈ ਉਹ ਮੇਰੇ ਨਾਲ ਕੁਝ ਦਿਨ ਰਹੀ। ਜਦੋਂ ਉਸਨੂੰ ਸਭ ਕੁਝ ਮਿਲ ਗਿਆ ਤਾਂ ਉਹ ਮੈਨੂੰ ਛੱਡ ਕੇ ਆਪਣੇ ਆਸ਼ਕ ਨਾਲ ਭੱਜ ਗਈ। ਇਹ ਸਭ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਤੇ ਕਹਿ ਰਹੀ ਸੀ, ਇਹ ਕੁੜੀਆਂ ਐਵੇਂ ਦੀਆਂ ਹੀ ਹੁੰਦੀਆਂ ਹਨ, ਵਿਚਾਰੀਆਂ ਬਣ ਕੇ ਅਮੀਰਾਂ ਨੂੰ ਫਸਾਉਣ ਦਾ ਕੰਮ ਕਰਦੀਆਂ ਹਨ। ਇਹ ਸਾਰੇ ਖਿਆਲ ਆਉਂਦੇ ਹੀ ਮੇਰਾ ਦਿਮਾਗ ਫੱਟਣ ਲੱਗਦਾ। ਪਰ ਫਿਰ ਕਿਤੇ ਨਾ ਕਿਤੇ ਦਿਲ ਵਿੱਚ ਆਉਂਦਾ ਕਿ ਇੱਕ ਬੇਵਫਾ ਕੁੜੀ ਲਈ ਮੈਂ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰ ਲਵਾਂ। ਮੈਨੂੰ ਆਪਣੇ ਮਾਪੇ ਲਈ ਜਿਉਣਾ ਸੀ, ਉਹਨਾਂ ਦਾ ਧਿਆਨ ਰੱਖਣਾ ਸੀ, ਜਿਨ੍ਹਾਂ ਨੇ ਮੈਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਸੀ। ਸੁਜਾਤਾ ਨੂੰ ਘਰ ਤੋਂ ਗਏ ਹੋਏ ਪੂਰਾ 1 ਸਾਲ ਹੋ ਗਿਆ ਸੀ। ਮੈਂ ਉਸ ਨੂੰ ਹਰ ਜਗ੍ਹਾ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ। ਇਹਨਾਂ ਦਿਨਾਂ ਵਿੱਚ ਮੇਰੇ ਪਿਤਾ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ। ਮੇਰੀ ਮਾਂ ਵੀ ਮੈਨੂੰ ਕਹਿੰਦੀ ਰਹਿੰਦੀ, ਕਦੋਂ ਤੱਕ ਇਸ ਤਰ੍ਹਾਂ ਉਦਾਸ ਰਹੇਗਾ ਤੇ ਕਦੋਂ ਤੱਕ ਉਸ ਬੇਵਫਾ ਲਈ ਆਪਣੀ ਜ਼ਿੰਦਗੀ ਬਰਬਾਦ ਕਰਦਾ ਰਹੇਗਾ। ਉਸ ਨੂੰ ਭੁੱਲ ਕੇ ਤੂੰ ਦੂਜਾ ਵਿਆਹ ਕਰਵਾ ਲੈ। ਮੈਂ ਹਮੇਸ਼ਾ ਮਾਂ ਨੂੰ ਮਨਾ ਕਰ ਦਿੰਦਾ ਤੇ ਉਹਨਾਂ ਦੀ ਗੱਲ ਨੂੰ ਟਾਲ ਦਿੰਦਾ ਤੇ ਮਾਂ ਮੇਰੀ ਗੱਲ ਸੁਣ ਕੇ ਉਦਾਸ ਹੋ ਜਾਂਦੀ। ਇੱਕ ਦਿਨ ਮਾਂ ਬਹੁਤ ਬਿਮਾਰ ਹੋ ਗਈ ਸੀ। ਉਹਨਾਂ ਨੇ ਮੈਨੂੰ ਜ਼ਬਰਦਸਤੀ ਵਿਆਹ ਕਰਨ ਲਈ ਕਿਹਾ। ਉਹ ਕਹਿਣ ਲੱਗੀ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਪੋਤਾ ਪੋਤੀ ਨੂੰ ਦੇਖਣਾ ਚਾਹੁੰਦੀ ਹਾਂ। ਮੈਨੂੰ ਆਪਣੀ ਜ਼ਿੰਦਗੀ ਨਾਲ ਕੋਈ ਚਾਹ ਨਹੀਂ ਸੀ ਕਿ ਮੈਂ ਦੂਜਾ ਵਿਆਹ ਕਰਾਂ, ਪਰ ਮਾਂ ਦੀ ਇਦਾਂ ਦੀ ਹਾਲਤ ਨੂੰ ਦੇਖ ਕੇ ਮੈਂ ਵਿਆਹ ਦੇ ਲਈ ਹਾਂ ਕਰ ਦਿੱਤੀ। ਮਾਂ ਮੇਰੀ ਹਾਂ ਸੁਣ ਕੇ ਬਹੁਤ ਖੁਸ਼ ਹੋ ਗਈ। ਮਾਂ ਨੇ ਆਪਣੇ ਭਰਾ ਦੀ ਕੁੜੀ, ਮਤਲਬ ਮੇਰੇ ਮਾਮੇ ਦੀ ਕੁੜੀ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਤੇ ਧੂਮਧਾਮ ਨਾਲ ਉਹਨਾਂ ਨੇ ਮੇਰਾ ਵਿਆਹ ਕਰਵਾਇਆ। ਪਰ ਮੈਂ ਵਿਆਹ ਵਿੱਚ ਵੀ ਦੁੱਲਾ ਬਣਿਆ ਹੋਇਆ ਭੂਤ ਜਿਹਾ ਹੀ ਬੈਠਾ ਰਹਿ ਗਿਆ। ਸੋਨੀਆ ਇੱਕ ਚੰਗੀ ਕੁੜੀ ਸੀ। ਉਸਨੇ ਆਉਂਦੇ ਹੀ ਮੇਰੇ ਸਾਰੇ ਦੁੱਖ ਵੰਡਣ ਦਾ ਵਾਅਦਾ ਕੀਤਾ ਸੀ ਤੇ ਉਹ ਮੇਰੇ ਨਾਲ ਬਹੁਤ ਚੰਗੀ ਤਰ੍ਹਾਂ ਨਾਲ ਰਹਿੰਦੀ ਸੀ। ਸੋਨੀਆ ਮੈਨੂੰ ਖੁਸ਼ ਕਰਨ ਲਈ ਉਹ ਹਰ ਕੰਮ ਕਰਦੀ ਸੀ, ਜਿਸ ਨਾਲ ਮੈਂ ਮੁਸਕਰਾ ਦਿਆ ਕਰਦਾ ਸੀ। ਇੱਕ ਦਿਨ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਸੁਜਾਤਾ ਦੀ ਜਗ੍ਹਾ ਤਾਂ ਨਹੀਂ ਲੈ ਸਕਦੀ, ਪਰ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗੀ ਹਾਂ। ਤੇ ਮੈਂ ਸੋਚਣ ਲੱਗਿਆ ਕਿ ਮੈਂ ਸੁਜਾਤਾ ਦੀ ਸਜ਼ਾ ਸੋਨੀਆ ਨੂੰ ਕਿਉਂ ਦੇਵਾਂ, ਤੇ ਆਖਰਕਾਰ ਉਸ ਵਿਆਹ ਨੂੰ ਅਪਣਾ ਲਿਆ। ਕੁਝ ਮਹੀਨੇ ਬਾਅਦ ਸੋਨੀਆ ਨੂੰ ਬਹੁਤ ਤੇਜ਼ ਬੁਖਾਰ ਹੋਇਆ। ਮੇਰੀ ਮਾਂ ਨੂੰ ਲੱਗਿਆ ਕਿ ਸ਼ਾਇਦ ਉਹ ਪੇਟ ਤੋਂ ਹੋਵੇਗੀ। ਉਹ ਸੋਨੀਆ ਨੂੰ ਡਾਕਟਰ ਕੋਲ ਲੈ ਕੇ ਗਈ ਤੇ ਉਸ ਦਾ ਚੈੱਕਅਪ ਕਰਵਾਇਆ। ਡਾਕਟਰ ਨੇ ਕਿਹਾ ਕਿ ਉਸ ਨੂੰ ਥੋੜਾ ਬੁਖਾਰ ਹੈ, ਪਰ ਉਹ ਪੇਟ ਤੋਂ ਨਹੀਂ ਹੈ। ਮਾਂ ਉਦਾਸ ਹੋ ਗਈ ਤੇ ਕਹਿਣ ਲੱਗੀ, ਕੋਈ ਗੱਲ ਨਹੀਂ, ਕੁਝ ਦਿਨਾਂ ਬਾਅਦ ਮੈਨੂੰ ਫਿਰ ਤੋਂ ਖੁਸ਼ਖਬਰੀ ਸੁਣਨ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਸਾਡੇ ਵਿਆਹ ਨੂੰ 5 ਸਾਲ ਹੋ ਗਏ, ਪਰ ਹੁਣ ਤੱਕ ਸੋਨੀਆ ਮਾਂ ਨਹੀਂ ਬਣ ਸਕੀ। ਕੁਝ ਦਿਨਾਂ ਬਾਅਦ ਰਿਪੋਰਟ ਕਰਾਈ ਗਈ ਤਾਂ ਪਤਾ ਚੱਲਿਆ ਕਿ ਕਮੀ ਮੇਰੇ ਅੰਦਰ ਹੀ ਹੈ। ਪਰ ਸੋਨੀਆ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਿਆ। ਉਹ ਮੇਰੇ ਨਾਲ ਪਹਿਲਾਂ ਦੀ ਤਰ੍ਹਾਂ ਰਹਿੰਦੀ ਸੀ, ਹੁਣ ਵੀ ਰਹਿੰਦੀ ਹੈ। ਉਸਨੇ ਇਸ ਗੱਲ ਦੀ ਖਬਰ ਮੇਰੀ ਮਾਂ ਨੂੰ ਨਹੀਂ ਦਿੱਤੀ ਤੇ ਨਾ ਹੀ ਆਪਣੇ ਘਰ ਵਾਲਿਆਂ ਨੂੰ ਦੱਸਿਆ ਤੇ ਨਾ ਹੀ ਮੇਰੇ ਘਰ ਵਾਲਿਆਂ ਨੂੰ ਦੱਸਿਆ। ਪਰ ਮੈਂ ਬਹੁਤ ਉਦਾਸ ਸੀ ਕਿ ਮੇਰੀ ਮਾਂ ਨੂੰ ਮੇਰੇ ਬੱਚੇ ਦਾ ਇੰਤਜ਼ਾਰ ਹੈ, ਪਰ ਮੈਂ ਆਪਣੀ ਮਾਂ ਨੂੰ ਇਸ ਚੀਜ਼ ਦੀ ਵੀ ਖੁਸ਼ੀ ਨਹੀਂ ਦੇ ਸਕਦਾ। ਪਰ ਮੈਨੂੰ ਸੋਨੀਆ ਲਈ ਬਹੁਤ ਬੁਰਾ ਲੱਗਦਾ ਸੀ। ਉਹ ਮੇਰੇ ਲਈ ਇੰਨਾ ਕੁਝ ਕਰ ਰਹੀ ਸੀ। ਕੁਝ ਦਿਨ ਇਦਾਂ ਹੀ ਲੰਘ ਗਏ ਤਾਂ ਮੇਰੀ ਮਾਂ ਨੇ ਸੋਨੀਆ ਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤਾ ਕਿ ਹੁਣ ਤੱਕ ਬੱਚਾ ਕਿਉਂ ਨਹੀਂ ਹੋ ਰਿਹਾ। ਪਰ ਸੋਨੀਆ ਨੇ ਉਹਨਾਂ ਦੇ ਸਾਹਮਣੇ ਇੱਕ ਵਾਰ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਤੁਹਾਡਾ ਮੁੰਡਾ ਹੀ ਨਾਮਰਦ ਹੈ। ਤੇ ਮੈਂ ਇਸ ਅਫਸੋਸ ਵਿੱਚ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾ ਰਿਹਾ ਸੀ ਕਿ ਅਚਾਨਕ ਮੇਰੀ ਗੱਡੀ ਨਾਲ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ। ਉਹ ਬੱਚਾ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਉਸ ਦੇ ਸਿਰ ਤੋਂ ਬਹੁਤ ਜ਼ਿਆਦਾ ਖੂਨ ਨਿਕਲਣ ਲੱਗਿਆ ਸੀ। ਮੈਂ ਜਲਦੀ ਉਸ ਨੂੰ ਆਪਣੀ ਕਾਰ ਵਿੱਚ ਬਿਠਾਇਆ ਤੇ ਹਸਪਤਾਲ ਲੈ ਕੇ ਪਹੁੰਚਿਆ। ਡਾਕਟਰ ਉਸ ਨੂੰ ਦੇਖ ਕੇ ਕਹਿਣ ਲੱਗਿਆ ਕਿ ਇਸ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਤੇ ਇਸ ਦਾ ਬਹੁਤ ਜ਼ਿਆਦਾ ਖੂਨ ਵਹਿ ਚੁੱਕਿਆ ਹੈ। ਪਤਾ ਨਹੀਂ ਇਹ ਬੱਚਾ ਬਚ ਵੀ ਪਾਏਗਾ ਜਾਂ ਨਹੀਂ। ਮੈਂ ਡਾਕਟਰ ਦੇ ਹੱਥ ਜੋੜ ਕੇ ਕਹਿਣ ਲੱਗਿਆ ਕਿ
ਤੁਸੀਂ ਪੈਸੇ ਦੀ ਚਿੰਤਾ ਨਾ ਕਰੋ, ਤੁਸੀਂ ਜਿੰਨਾ ਪੈਸਾ ਕਹੋਗੇ ਮੈਂ ਉਨਾ ਪੈਸਾ ਦੇ ਦੂੰਗਾ, ਕਿਰਪਾ ਕਰਕੇ ਇਸ ਦੀ ਜਾਨ ਬਚਾ ਲਓ। ਇੰਨੇ ਵਿੱਚ ਨਰਸ ਆਪਰੇਸ਼ਨ ਥੀਏਟਰ ਤੋਂ ਭੱਜਦੀ ਹੋਈ ਆਈ ਤੇ ਕਹਿਣ ਲੱਗੀ ਕਿ ਡਾਕਟਰ, ਇਸ ਬੱਚੇ ਦਾ ਬਲੱਡ ਗਰੁੱਪ ਬਹੁਤ ਰੇਅਰ ਹੈ, ਇਹ ਜਲਦੀ ਨਹੀਂ ਮਿਲੇਗਾ, ਸਾਨੂੰ ਜਲਦੀ ਤੋਂ ਜਲਦੀ ਇੰਤਜ਼ਾਮ ਕਰਨਾ ਹੋਵੇਗਾ। ਡਾਕਟਰ ਨੇ ਉਸ ਨਰਸ ਨੂੰ ਪੁੱਛਿਆ ਕਿ ਇਸ ਦਾ ਕਿਹੜਾ ਬਲੱਡ ਗਰੁੱਪ ਹੈ, ਤਾਂ ਉਸਨੇ ਕਿਹਾ ਉਹ ਨੈਗੇਟਿਵ ਹੈ। ਮੈਂ ਉੱਥੇ ਹੀ ਖੜਾ ਸੀ। ਮੈਂ ਡਾਕਟਰ ਨੂੰ ਦੱਸਿਆ ਕਿ ਮੇਰਾ ਬਲੱਡ ਗਰੁੱਪ ਵੀ ਉਹ ਨੈਗੇਟਿਵ ਹੈ, ਤੁਹਾਨੂੰ ਜਿੰਨਾ ਚਾਹੀਦਾ ਹੈ ਮੇਰਾ ਖੂਨ ਲੈ ਲਓ, ਪਰ ਕਿਰਪਾ ਕਰਕੇ ਇਸ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ। ਤਾਂ ਡਾਕਟਰ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ, ਠੀਕ ਹੈ, ਚਲੋ ਤੁਹਾਡੇ ਬਲੱਡ ਦੇ ਕੁਝ ਟੈਸਟ ਕਰਵਾਉਣੇ ਹੋਣਗੇ, ਉਸ ਦੇ ਬਾਅਦ ਤੁਸੀਂ ਇਸ ਬੱਚੇ ਨੂੰ ਆਪਣਾ ਖੂਨ ਦੇ ਸਕਦੇ ਹੋ। ਮੇਰੇ ਖੂਨ ਦੇ ਸਾਰੇ ਟੈਸਟ ਹੋਣ ਤੋਂ ਬਾਅਦ ਉਸ ਬੱਚੇ ਨੂੰ ਖੂਨ ਦਿੱਤਾ ਗਿਆ ਤੇ 2 ਦਿਨ ਦੇ ਬਾਅਦ ਉਸ ਬੱਚੇ ਨੂੰ ਹੋਸ਼ ਆਇਆ। ਡਾਕਟਰ ਨੇ ਖੁਸ਼ਖਬਰੀ ਦਿੱਤੀ ਤੇ ਕਿਹਾ ਕਿ ਮੁਬਾਰਕ ਹੋਵੇ, ਤੁਹਾਡਾ ਮੁੰਡਾ ਹੁਣ ਬਿਲਕੁਲ ਠੀਕ ਹੈ। ਮੈਂ ਉਸ ਡਾਕਟਰ ਨੂੰ ਦੱਸਿਆ ਕਿ ਇਹ ਮੇਰਾ ਮੁੰਡਾ ਨਹੀਂ ਹੈ, ਮੈਂ ਰਸਤੇ ਵਿੱਚ ਜਾ ਰਿਹਾ ਸੀ ਤਾਂ ਮੇਰੀ ਕਾਰ ਨਾਲ ਇਸ ਦਾ ਐਕਸੀਡੈਂਟ ਹੋ ਗਿਆ, ਇਸ ਲਈ ਮੈਂ ਇਸ ਨੂੰ ਇੱਥੇ ਲੈ ਕੇ ਆਇਆ ਸੀ। ਡਾਕਟਰ ਨੇ ਮੇਰੀ ਗੱਲ ਸੁਣ ਕੇ ਹੈਰਾਨੀ ਨਾਲ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ? ਅਸੀਂ ਤੁਹਾਡਾ ਤੇ ਇਸ ਬੱਚੇ ਦਾ DNA ਟੈਸਟ ਕੀਤਾ ਹੈ ਤਾਂ ਪਤਾ ਚੱਲਿਆ ਕਿ ਤੁਹਾਡੇ ਦੋਵਾਂ ਦਾ DNA ਮੈਚ ਕਰਦਾ ਹੈ, ਤਾਂ ਅਸੀਂ ਇਸ ਨੂੰ ਤੁਹਾਡਾ ਹੀ ਬੱਚਾ ਸਮਝ ਰਹੇ ਸੀ। DNA ਦੇ ਮੁਤਾਬਿਕ ਤੁਸੀਂ ਹੀ ਇਸ ਬੱਚੇ ਦੇ ਬਾਪ ਹੋ। ਜੇ ਤੁਸੀਂ ਇਸ ਗੱਲ ਤੋਂ ਮਨਾ ਕਰ ਰਹੇ ਹੋ ਤਾਂ ਮੈਂ ਹੈਰਾਨ ਹਾਂ ਕਿ ਅੱਜ ਤੱਕ ਮੈਡੀਕਲ ਸਾਇੰਸ ਵਿੱਚ ਇਦਾਂ ਨਹੀਂ ਹੋਇਆ ਕਿ ਇੱਕ ਬੱਚੇ ਦਾ ਆਪਣੇ ਮਾਪੇ ਤੋਂ ਇਲਾਵਾ ਕਿਸੇ ਹੋਰ ਨਾਲ DNA ਮੈਚ ਕਰ ਜਾਵੇ। ਮੈਂ ਭੂਤ ਬਣ ਕੇ ਉਸ ਡਾਕਟਰ ਦੀ ਸਾਰੀ ਗੱਲ ਸੁਣ ਰਿਹਾ ਸੀ। ਮੈਂ ਵੀ ਪੜ੍ਹਿਆ ਲਿਖਿਆ ਸੀ, ਮੈਨੂੰ ਵੀ ਪਤਾ ਸੀ ਕਿ ਇੱਕ ਬੱਚੇ ਦਾ ਉਸਦੇ ਬਾਪ ਤੋਂ ਇਲਾਵਾ DNA ਕਿਸੇ ਨਾਲ ਮੈਚ ਨਹੀਂ ਕਰ ਸਕਦਾ, ਪਰ ਮੈਂ ਤਾਂ ਇੱਕ ਨਾਮਰਦ ਸੀ ਤੇ ਇਹ ਮੇਰਾ ਬੱਚਾ ਕਿਵੇਂ ਹੋ ਸਕਦਾ ਹੈ? ਇਹ ਤਾਂ ਨਾਮੁਮਕਿਨ ਸੀ। ਮੈਂ ਤੁਰੰਤ ਉਸ ਬੱਚੇ ਕੋਲ ਗਿਆ ਤੇ ਉਸ ਨੂੰ ਉਸ ਦਾ ਨਾਂ ਪੁੱਛਿਆ ਤਾਂ ਉਸਨੇ ਆਪਣਾ ਨਾਂ ਸ਼ਰਨਪ੍ਰੀਤ ਦੱਸਿਆ। ਮੈਂ ਉਸ ਨੂੰ ਪੁੱਛਿਆ ਕਿ ਤੇਰਾ ਪਿਤਾ ਕਿੱਥੇ ਹੈ? ਤਾਂ ਉਸਨੇ ਦੱਸਿਆ ਕਿ ਮੇਰਾ ਪਿਤਾ ਇਸ ਦੁਨੀਆ ਵਿੱਚ ਨਹੀਂ ਹੈ, ਸਿਰਫ ਮੇਰੀ ਮਾਂ ਹੈ ਜੋ ਮੇਰਾ ਘਰ ਵਿੱਚ ਇੰਤਜ਼ਾਰ ਕਰ ਰਹੀ ਹੋਵੇਗੀ। ਮੈਂ ਉਸ ਬੱਚੇ ਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਘਰ ਦਾ ਪਤਾ ਦੱਸ, ਮੈਂ ਤੈਨੂੰ ਤੇਰੇ ਘਰ ਛੱਡਦਾ ਹਾਂ। ਮੈਂ ਉਸ ਬੱਚੇ ਨੂੰ ਚੰਗੇ ਕੱਪੜੇ ਪਹਿਨਾਏ ਤੇ ਬਹੁਤ ਸਾਰਾ ਫਲ ਫਰੂਟ ਲੈ ਕੇ ਉਸਦੇ ਘਰ ਜਾਣ ਲੱਗਾ। ਉਹ ਬੱਚਾ ਮੈਨੂੰ ਜਿਸ ਘਰ ਵਿੱਚ ਲੈ ਕੇ ਗਿਆ ਸੀ ਉਹ ਬਹੁਤ ਪੁਰਾਣੀ ਟੁੱਟੀ ਫੁੱਟੀ ਜਿਹੀ ਝੌਂਪੜੀ ਸੀ। ਉਸਦਾ ਘਰ ਆਉਂਦੇ ਹੀ ਉਹ ਆਪਣੀ ਮਾਂ ਕੋਲ ਜਾਣ ਲਈ ਭੱਜਣ ਲੱਗਿਆ। ਉੱਥੇ ਉਸਦੀ ਮਾਂ ਇੱਕ ਚਟਾਈ ਤੇ ਲੇਟੀ ਹੋਈ ਸੀ। ਉਹ ਬੱਚਾ ਆਪਣੀ ਮਾਂ ਨੂੰ ਜਗਾਉਣ ਲੱਗਿਆ ਪਰ ਉਹ ਜਾਗ ਨਹੀਂ ਰਹੀ ਸੀ। ਜਿਵੇਂ ਹੀ ਮੈਂ ਉਸਦਾ ਚਿਹਰਾ ਦੇਖਿਆ ਤਾਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ। ਉਹ ਹੋਰ ਕੋਈ ਔਰਤ ਨਹੀਂ ਬਲਕਿ ਸੁਜਾਤਾ ਸੀ, ਜੋ ਵਿਚਾਰੀ ਆਪਣੇ ਬੱਚੇ ਦੇ ਇੰਤਜ਼ਾਰ ਵਿੱਚ ਆਪਣਾ ਦਮ ਤੋੜ ਬੈਠੀ ਸੀ। ਮੈਂ ਜਿਵੇਂ ਹੀ ਉਸ ਨੂੰ ਦੇਖਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਰੁਕ ਹੀ ਨਹੀਂ ਰਹੇ ਸੀ ਤੇ ਸ਼ਰਨਪ੍ਰੀਤ ਵੀ ਆਪਣੀ ਮਾਂ ਨਾਲ ਲਿਪਟ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਿਆ। ਤੇ ਉੱਥੇ ਹੀ ਸੁਜਾਤਾ ਦੀ ਡਾਇਰੀ ਰੱਖੀ ਹੋਈ ਸੀ ਤੇ ਉਹ ਡਾਇਰੀ ਪੜ੍ਹਦੇ ਮੇਰੀਆਂ ਅੱਖਾਂ 'ਚੋਂ ਲਗਾਤਾਰ ਹੰਝੂ ਵਹਿ ਰਹੇ ਸੀ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਸੁਜਾਤਾ ਨੇ ਇੰਨਾ ਕੁਝ ਸਹਿਣ ਕੀਤਾ ਸੀ। ਇਸ ਡਾਇਰੀ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਇਸ ਗੱਲ ਦਾ ਤਾਂ ਯਕੀਨ ਹੋ ਗਿਆ ਸੀ ਕਿ ਸ਼ਰਨਪ੍ਰੀਤ ਸੱਚਮੁੱਚ ਮੇਰਾ ਹੀ ਮੁੰਡਾ ਹੈ। ਮੇਰੀ ਮਾਂ ਸੁਜਾਤਾ ਨਾਲ ਇਸ ਤਰ੍ਹਾਂ ਦਾ ਵਰਤਾਵ ਕਰੇਗੀ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਉਸਨੇ ਸਾਰਾ ਕੁਝ ਉਸ ਡਾਇਰੀ ਵਿੱਚ ਲਿਖਿਆ ਸੀ। ਮੇਰੀ ਮਾਂ ਸੁਜਾਤਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਉਸਨੇ ਮੇਰਾ ਵਿਆਹ ਮੇਰੀ ਜਿੱਦ ਵਿੱਚ ਆ ਕੇ ਕਰਵਾ ਦਿੱਤਾ ਸੀ ਕਿਉਂਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਮੇਰੀ ਗੱਲ ਨਹੀਂ ਟਾਲਦੀ ਸੀ। ਮੇਰੇ ਸ਼ਹਿਰ ਜਾਂਦੇ ਹੀ ਮੇਰੀ ਮਾਂ ਸੁਜਾਤਾ ਤੇ ਅਤਿਆਚਾਰ ਕਰਨ ਲੱਗੀ ਤੇ ਜਿਵੇਂ ਹੀ ਮੇਰੇ 15 ਦਿਨਾਂ ਦੇ ਬਾਅਦ ਵਾਪਸ ਆਉਣ ਦੀ ਖਬਰ ਸੁਣ ਕੇ ਮੇਰੀ ਮਾਂ ਨੇ ਉਸ ਨੂੰ ਗੁੰਡਿਆਂ ਦੇ ਹੱਥੋਂ ਘਰ ਤੋਂ ਭਜਾ ਦਿੱਤਾ ਤੇ ਉਸ ਨੂੰ ਮੇਰੀਆਂ ਨਜ਼ਰਾਂ ਵਿੱਚ ਡਿਗਾ ਦਿੱਤਾ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਮਾਂ ਇੰਨੀ ਘਟੀਆ ਹਰਕਤ ਕਰ ਸਕਦੀ ਹੈ। ਮੇਰੇ ਘਰ ਤੋਂ ਨਿਕਲ ਜਾਣ ਤੋਂ ਬਾਅਦ ਉਹ ਥਾਂ-ਥਾਂ ਭਟਕਦੀ ਰਹੀ। ਫਿਰ ਇੱਕ ਦਿਨ ਸੜਕ ਤੇ ਡਿੱਗ ਪਈ। ਕੋਈ ਉਸ ਨੂੰ ਹਸਪਤਾਲ ਲੈ ਕੇ ਗਿਆ ਤੇ ਉੱਥੇ ਪਤਾ ਚੱਲਿਆ ਕਿ ਉਹ ਮਾਂ ਬਣਨ ਵਾਲੀ ਹੈ। ਤਾਂ ਉਹ ਆਪਣੀ ਮਾਂ ਦੇ ਘਰ ਗਈ ਪਰ ਉਸ ਦੀ ਸੌਤੇਲੀ ਮਾਂ ਨੇ ਵੀ ਉਸ ਨੂੰ ਆਪਣੇ ਘਰ ਵਿੱਚ ਨਹੀਂ ਰੱਖਿਆ ਤੇ ਉਸ ਨੂੰ ਧੱਕੇ ਮਾਰ ਕੇ ਆਪਣੇ ਘਰ ਤੋਂ ਕੱਢ ਦਿੱਤਾ। ਕੁਝ ਦਿਨ ਇੱਧਰ ਉੱਧਰ ਭਟਕਣ ਤੋਂ ਬਾਅਦ ਇੱਕ ਬਾਬੇ ਨੂੰ ਉਸ ਤੇ ਤਰਸ ਆ ਗਿਆ ਤਾਂ ਉਹਨਾਂ ਨੇ ਉਸ ਨੂੰ ਆਪਣੀ ਕੁੜੀ ਸਮਝ ਕੇ ਉਸ ਨੂੰ ਝੌਂਪੜੀ ਵਿੱਚ ਰੱਖ ਲਿਆ। ਕੁਝ ਮਹੀਨਿਆਂ ਬਾਅਦ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਜੋ ਕਿ ਉਹ ਮੇਰਾ ਹੀ ਮੁੰਡਾ ਸੀ। ਉਸ ਵਿੱਚ ਸ਼ਰਨਪ੍ਰੀਤ ਦੀ ਜਨਮ ਤਰੀਕ ਵੀ ਲਿਖੀ ਹੋਈ ਸੀ। ਉਸਨੇ ਬਹੁਤ ਮਿਹਨਤ ਨਾਲ ਸ਼ਰਨਪ੍ਰੀਤ ਨੂੰ ਪਾਲਿਆ ਸੀ। ਉਹ ਸ਼ਰਨਪ੍ਰੀਤ ਨੂੰ ਬਹੁਤ ਪਿਆਰ ਕਰਦੀ ਸੀ। ਜਦੋਂ 1-2 ਦਿਨ ਉਸ ਦਾ ਪਤਾ ਨਹੀਂ ਚੱਲਿਆ ਤਾਂ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਤੇ ਉਹ
ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਮੈਂ ਉਸ ਦੀ ਡਾਇਰੀ ਪੜ੍ਹੀ ਤੇ ਉਸ ਨੂੰ ਗਲ ਨਾਲ ਆ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਿਆ। ਸੁਜਾਤਾ ਦੀ ਹਾਲਤ ਸੁਜਾਤਾ ਦੀ ਬੇਗੁਨਾਹੀ ਸਾਬਤ ਕਰ ਰਹੀ ਸੀ। ਮੈਂ ਉਸ ਨੂੰ ਗਲ ਨਾਲ ਲਾ ਕੇ ਦੇ ਉਸ ਦੇ ਪੈਰਾਂ ਤੇ ਡਿੱਗ ਕੇ ਉਸ ਤੋਂ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦੇ। ਮੈਂ ਤੈਨੂੰ ਸਮਝਣ ਵਿੱਚ ਬਹੁਤ ਵੱਡੀ ਗਲਤੀ ਕੀਤੀ ਸੀ। ਮੈਂ ਤਾਂ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਸੀ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਸੁਜਾਤਾ ਨੇ ਜਿੰਨੇ ਦੁੱਖ ਸਹੇ ਹਨ ਉਹਨਾਂ ਸਾਰਿਆਂ ਨੂੰ ਖੁਸ਼ੀਆਂ ਵਿੱਚ ਬਦਲ ਦੂੰਗਾ, ਪਰ ਮੈਂ ਇਦਾਂ ਨਹੀਂ ਕਰ ਪਾਇਆ। ਮੈਂ ਬਸ ਉਸ ਨੂੰ ਸਿਰਫ ਤੇ ਸਿਰਫ 15 ਦਿਨਾਂ ਦੀ ਹੀ ਖੁਸ਼ੀ ਦੇ ਪਾਇਆ ਸੀ। ਮੈਂ ਆਪਣੇ ਆਪ ਨੂੰ ਸੰਭਾਲ ਲਿਆ ਕਿਉਂਕਿ ਮੈਨੂੰ ਉਸ ਬੱਚੇ ਨੂੰ ਵੀ ਸੰਭਾਲਣਾ ਸੀ। ਮੈਂ ਉਸ ਬੱਚੇ ਨੂੰ ਦੇਖਿਆ ਤਾਂ ਮੈਨੂੰ ਉਸ ਤੇ ਬਹੁਤ ਤਰਸ ਆ ਰਿਹਾ ਸੀ। ਮੈਂ ਸੁਜਾਤਾ ਦਾ ਸੰਸਕਾਰ ਕੀਤਾ ਤੇ ਆਪਣੇ ਘਰ ਚਲਾ ਆਇਆ। ਮੈਂ ਆਪਣੇ ਘਰ ਆਉਂਦੇ ਹੀ ਸੋਨੀਆ ਦੇ ਕੋਲ ਗਿਆ ਤੇ ਉਸ ਨੂੰ ਸਭ ਕੁਝ ਕਿਹਾ ਤੇ ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਮੈਨੂੰ ਇੰਨਾ ਵੱਡਾ ਝੂਠ ਕਿਹਾ ਕਿ ਮੈਂ ਨਾਮਰਦ ਹਾਂ ਤੇ ਇਹ ਕਿਵੇਂ ਮੁਮਕਿਨ ਹੋ ਸਕਦਾ ਹੈ ਕਿ ਜਦੋਂ ਕਿ ਮੇਰੇ ਇੱਕ ਬੱਚਾ ਵੀ ਹੈ। ਤਾਂ ਉਹ ਡਰ ਕੇ ਮੇਰੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ, ਇਹ ਸਭ ਮੈਂ ਤੇਰੀ ਮਾਂ ਦੇ ਡਰ ਦੀ ਵਜ੍ਹਾ ਨਾਲ ਕੀਤਾ ਹੈ ਕਿਉਂਕਿ ਉਹਨਾਂ ਨੇ ਤੇਰੀ ਔਲਾਦ ਦੇਖਣੀ ਸੀ। ਜੇ ਮੈਂ ਇਹ ਨਾ ਕਰਦੀ ਤਾਂ ਉਹ ਮੇਰੇ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਕਰਦੀ ਜਿਵੇਂ ਕਿ ਉਹਨਾਂ ਨੇ ਸੁਜਾਤਾ ਨਾਲ ਕੀਤਾ ਸੀ। ਕਮੀ ਤੇਰੇ ਵਿੱਚ ਨਹੀਂ, ਮੇਰੇ ਵਿੱਚ ਸੀ। ਮੈਂ ਡਰ ਗਈ ਸੀ ਕਿ ਮੈਂ ਉਹਨਾਂ ਨੂੰ ਬੱਚਾ ਨਹੀਂ ਦੇ ਪਾਉਂਗੀ ਤਾਂ ਉਹ ਮੈਨੂੰ ਵੀ ਧੱਕੇ ਮਾਰ ਕੇ ਇਸ ਘਰ ਤੋਂ ਕੱਢ ਦੇਵੇਗੀ। ਉਹ ਮੇਰੇ ਪੈਰਾਂ ਵਿੱਚ ਡਿੱਗ ਕੇ ਮੇਰੇ ਤੋਂ ਮਾਫੀ ਮੰਗਣ ਲੱਗੀ। ਮੇਰੀ ਮਾਂ ਵੀ ਉੱਥੇ ਖੜੀ ਸੀ। ਮੈਂ ਗੁੱਸੇ ਭਰੀਆਂ ਨਜ਼ਰਾਂ ਨਾਲ ਆਪਣੀ ਮਾਂ ਨੂੰ ਦੇਖਿਆ। ਮੇਰੀ ਮਾਂ ਆਪਣੇ ਕੀਤੇ ਤੇ ਬਹੁਤ ਜ਼ਿਆਦਾ ਸ਼ਰਮਿੰਦਾ ਸੀ। ਮੈਂ ਮਾਂ ਨੂੰ ਸਵਾਲ ਕੀਤਾ ਕਿ ਤੁਸੀਂ ਤਾਂ ਮੈਨੂੰ ਇੰਨਾ ਪਿਆਰ ਕਰਦੇ ਸੀ, ਤਾਂ ਕਿ ਤੁਸੀਂ ਮੇਰੇ ਪਿਆਰ ਨੂੰ ਅਪਣਾ ਨਹੀਂ ਸਕਦੇ ਸੀ? ਤਾਂ ਮੇਰੀ ਮਾਂ ਕਹਿਣ ਲੱਗੀ ਕਿ ਮੈਂ ਸੁਜਾਤਾ ਨੂੰ ਸ਼ੁਰੂ ਤੋਂ ਹੀ ਬਿਲਕੁਲ ਪਸੰਦ ਨਹੀਂ ਕਰਦੀ ਸੀ, ਪਰ ਤੇਰੀ ਜਿੱਦ ਦੇ ਅੱਗੇ ਮੈਨੂੰ ਝੁਕਣਾ ਪਿਆ। ਮੈਂ ਸ਼ੁਰੂ ਤੋਂ ਹੀ ਤੇਰਾ ਵਿਆਹ ਆਪਣੀ ਭਤੀਜੀ ਨਾਲ ਕਰਵਾਉਣਾ ਚਾਹੁੰਦੀ ਸੀ, ਪਰ ਤੂੰ ਕਿਸੇ ਹੋਰ ਨੂੰ ਪਸੰਦ ਕੀਤਾ ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਤੇਰਾ ਵਿਆਹ ਉਸ ਨਾਲ ਕਰਾ ਤਾਂ ਦਿੱਤਾ, ਪਰ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਸੀ। ਪਰ ਉਸ ਨਾਲ ਇਦਾਂ ਹੋ ਜਾਵੇਗਾ ਮੈਂ ਕਦੇ ਨਹੀਂ ਸੋਚਿਆ ਸੀ। ਮੈਨੂੰ ਲੱਗਿਆ ਕਿ ਉਹ ਆਪਣੇ ਘਰ ਚਲੀ ਜਾਵੇਗੀ। ਉਹਨਾਂ ਨੇ ਸ਼ਰਨਪ੍ਰੀਤ ਨੂੰ ਦੇਖ ਕੇ ਉਸ ਨੂੰ ਗਲ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸ਼ਰਨਪ੍ਰੀਤ ਨੂੰ ਪਿੱਛੇ ਕਰ ਲਿਆ। ਮੇਰੀ ਮਾਂ ਨੂੰ ਮੇਰਾ ਬੱਚਾ ਦੇਖਣ ਦਾ ਬਹੁਤ ਸ਼ੌਂਕ ਸੀ, ਪਰ ਸੋਨੀਆ ਉਹਨਾਂ ਨੂੰ ਔਲਾਦ ਨਹੀਂ ਦੇ ਸਕਦੀ ਸੀ। ਮੇਰੀ ਮਾਂ ਮੇਰੇ ਤੋਂ ਮਾਫੀ ਮੰਗਣ ਲੱਗੀ ਕਿ ਪੁੱਤ ਮੈਨੂੰ ਮਾਫ ਕਰ ਦੇ, ਮੈਂ ਸੁਜਾਤਾ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਹੈ। ਮੈਂ ਆਪਣੀ ਗਲਤੀ ਤੇ ਬਹੁਤ ਸ਼ਰਮਿੰਦਾ ਹਾਂ। ਤੇ ਸੋਨੀਆ ਨੇ ਵੀ ਮੇਰੇ ਤੋਂ ਮਾਫੀ ਮੰਗੀ ਤੇ ਕਹਿਣ ਲੱਗੀ ਕਿ ਸਾਡੀ ਤਾਂ ਔਲਾਦ ਨਹੀਂ ਹੋ ਸਕਦੀ, ਪਰ ਇਹ ਵੀ ਤਾਂ ਤੁਹਾਡੀ ਹੀ ਔਲਾਦ ਹੈ। ਤਾਂ ਮੇਰੀ ਵੀ ਔਲਾਦ ਹੋਈ ਨਾ। ਇਸ ਦੀ ਮਾਂ ਨਹੀਂ ਹੈ, ਪਰ ਮੈਂ ਇਸ ਨੂੰ ਮਾਂ ਦਾ ਪੂਰਾ ਪਿਆਰ ਦੇਵਾਂਗੀ। ਮੈਂ ਸ਼ਰਨਪ੍ਰੀਤ ਵੱਲ ਦੇਖਿਆ ਤਾਂ ਉਸ ਨੂੰ ਦੇਖ ਕੇ ਮੈਨੂੰ ਬਹੁਤ ਤਰਸ ਆ ਰਿਹਾ ਸੀ। ਤਾਂ ਸੋਨੀਆ ਨੇ ਉਸ ਨੂੰ ਗਲ ਨਾਲ ਲਗਾਇਆ ਤਾਂ ਉਸ ਨੂੰ ਮਾਂ ਦੀ ਯਾਦ ਆ ਗਈ। ਮੈਂ ਸੋਨੀਆ ਨੂੰ ਮਾਫ ਕਰ ਦਿੱਤਾ ਤੇ ਕਿਹਾ ਕਿ ਤੂੰ ਇਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਹੀ ਰੱਖਣਾ। ਹੁਣ ਉਹ ਆਪਣੇ ਬੱਚੇ ਤੋਂ ਵੀ ਵੱਧ ਕੇ ਉਸ ਨੂੰ ਪਿਆਰ ਕਰਦੀ ਸੀ, ਪਰ ਮੈਂ ਸੁਜਾਤਾ ਨਾਲ ਬਹੁਤ ਗਲਤ ਕੀਤਾ ਸੀ। ਮੈਂ ਉਸ ਨੂੰ ਕਦੇ ਨਹੀਂ ਭੁੱਲ ਸਕਦਾ ਸੀ, ਪਰ ਮੈਂ ਚਾਹ ਕੇ ਵੀ ਆਪਣੀ ਮਾਂ ਨੂੰ ਮਾਫ ਨਹੀਂ ਕਰ ਪਾ ਰਿਹਾ ਹਾਂ। ਤਾਂ ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਕੀ ਮੇਰੀ ਮਾਂ ਨੇ ਸੁਜਾਤਾ ਨਾਲ ਸਹੀ ਕੀਤਾ? ਕੀ ਮੇਰੀ ਮਾਂ ਦੀ ਗਲਤੀ ਨਹੀਂ ਗੁਨਾਹ ਮਾਫੀ ਲਾਇਕ ਹੈ? ਮੈਨੂੰ ਆਪਣੀ ਮਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ? ਇਸ ਬਾਰੇ ਆਪਣੀ ਕੀਮਤੀ ਰਾਏ ਜ਼ਰੂਰ ਕਮੈਂਟ ਕਰਨਾ।